ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਦਾ ਸਵਾਗਤ ਹੈ। ਅੱਜ ਸਮੁੱਚੀ ਦੁਨੀਆ ਦੇ ਵਿੱਚ ਵਸਦਾ ਸਿੱਖ ਭਾਈਚਾਰਾ ਸ਼ਰਧਾ ਸਤਿਕਾਰ ਦੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾ ਰਿਹਾ ਹੈ। ਸੋ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਉੱਤੇ ਉਹਨਾਂ ਦੇ ਜੀਵਨ ਦੇ ਉੱਤੇ ਸਮੁੱਚੀ ਗੱਲਬਾਤ ਜਿਹੜੀ ਆ ਉਹ ਅਸੀਂ ਕਰਾਂਗੇ। ਮੇਰੇ ਨਾਲ ਨੇ ਸਰਦਾਰ ਜਸਬੀਰ ਸਿੰਘ ਜੀ ਪੱਟੀ। ਸੋ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਅਤੇ ਸਮੁੱਚੀ ਗੱਲਬਾਤ ਜਿਹੜੀ ਆ ਉਹਨਾਂ ਨਾਲ ਕਰਾਂਗੇ ਅਤੇ ਗੱਲਬਾਤ ਦੀ ਸ਼ੁਰੂਆਤ ਫਤਿਹ ਤੋਂ ਬਾਅਦ ਦੇ ਵਿੱਚ ਕਰਦੇ ਹਾਂ। ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੱਟੀ ਸਾਹਿਬ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ। ਉਹਨਾਂ ਦਾ ਸਭ ਤੋਂ ਪਹਿਲਾਂ ਗੱਲ ਕਰਾਂ, ਉਹਨਾਂ ਦਾ ਪ੍ਰਕਾਸ਼ ਜਿਹੜਾ ਆ ਉਹ ਕਦੋਂ ਹੁੰਦਾ ਆ, ਅਤੇ ਮਾਤਾ ਪਿਤਾ ਦੇ ਸੰਬੰਧ ਦੇ ਵਿੱਚ ਮੈਂ ਚਾਹੂੰਗਾ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਨਾਲ ਜਾਣਕਾਰੀ ਸਾਂਝੀ ਕਰੋ। ਜਿੱਥੋਂ ਤੱਕ ਆਪਾਂ ਜੇ ਸਿੱਖ ਕੌਮ ਦੀ ਪਹਿਲਾਂ ਗੱਲ ਕਰ ਲਈਏ ਜੀ, ਸਿੱਖ ਕੌਮ ਦਾ ਇਤਿਹਾਸ ਬੜਾ ਜਿਹੜਾ ਸ਼ਹੀਦਾਂ ਦੀ ਕੌਮ ਆ, ਮਰੀਦਾਂ ਦੀ ਕੌਮ ਆ, ਕੁਰਬਾਨੀ ਵਾਲੇ ਸਿੰਘਾਂ ਦੀ ਕੌਮ ਆ ਜੀ। ਤੇ ਸਿੱਖ ਇਤਿਹਾਸ ਦਾ ਗੌਰਵ ਇਤਿਹਾਸ ਜੇ ਕਹਿ ਲਿਆ ਜਾਵੇ ਕਿ ਜਿਹੜਾ ਇਹ ਸਾਰਾ ਸ਼ਹੀਦਾਂ ਦੀ ਜਿਹੜੀ ਸਾਰੀ ਸ਼ਹੀਦੀਆਂ ਹੋਈਆਂ ਨੇ ਜੀ, ਇਹਨਾਂ ਦੇ ਜਿਹੜੇ ਸ਼ਹੀਦੀਆਂ ਕੁਰਬਾਨੀਆਂ ਹੋਈਆਂ ਉਹਦਾ ਦੂਸਰਾ ਨਾਂ ਸਿੱਖੀ ਹੈ ਤੇ ਕੋਈ ਅਤਕਥਨੀ ਨਹੀਂ ਹੋਏਗੀ। ਬਿਲਕੁਲ ਬਿਲਕੁਲ ਦਰੁਸਤ। ਤੇ ਜਦੋਂ ਵੀ ਕੋਈ ਦੁਨੀਆ ਦੇ ਉੱਤੇ ਭੀੜ ਬਣਦੀ ਰਹੀ ਹੈ, ਚੀਕਾਂ ਚਹਾੜਾਂ ਪੈਂਦੀਆਂ ਰਹੀਆਂ ਨੇ ਜੀ, ਔਰ ਮਜ਼ਲੂਮਾਂ ਦੇ ਜਿਹੜੇ ਸੀ ਕਤਲ ਹੁੰਦੇ ਰਹੇ ਨੇ, ਉਸ ਟਾਈਮ ਦੇ ਉੱਤੇ ਕੋਈ ਨਾ ਕੋਈ ਪੈਗੰਬਰ ਦੁਨੀਆ ਤੇ ਆਇਆ ਜੀ। ਤੇ ਸਾਨੂੰ ਇਸ ਗੱਲ ਦਾ ਮਾਣ ਹੈ ਵੀ ਸਾਡੇ 10 ਗੁਰੂ ਸਾਹਿਬ ਦੇ ਵਿੱਚੋਂ 2 ਗੁਰੂਆਂ ਦੀ ਜਿਹੜੀ ਆ ਉਹ ਸ਼ਹਾਦਤ ਇਸੇ ਵਾਸਤੇ ਹੋਈ। ਜੀ ਬਿਲਕੁਲ। ਜਿਹਦੇ ਵਿੱਚ ਜੇ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰ ਲਈਏ ਤਾਂ ਉਹਨਾਂ ਤੇ ਹਿੰਦ ਦੀ ਚਾਦਰ, ਜੀ, ਗੁਰੂ ਤੇਗ ਬਹਾਦਰ ਦਾ ਖਿਤਾਬ ਵੀ ਦਿੱਤਾ ਜਾਂਦਾ, ਅੱਜ ਵੀ ਦਿੱਤਾ ਜਾਂਦਾ ਵਾ। ਜੀ ਜੀ। ਵੱਖ-ਵੱਖ ਸੈਮੀਨਾਰ ਹੁੰਦੇ ਨੇ, ਵੱਖ-ਵੱਖ ਧਰਮਾਂ ਦੇ ਵਿੱਚ ਨਾਂ ਉਹਨਾਂ ਚਮਕਦਾ ਵਾ। ਜੀ। ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹਾਦਤ ਜਿਹੜੀ ਹੁੰਦੀ ਉਹ ਧਰਮ ਦੀ ਖਾਤਰ ਹੁੰਦੀ ਆ, ਜ਼ੁਲਮ ਦੇ ਖਿਲਾਫ ਹੁੰਦੀ ਆ, ਲੇਕਿਨ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਆ ਉਹ ਮਾਨਵਤਾ ਲੈ ਕੇ ਹੁੰਦੀ ਹੈ, ਜਿਸ ਨੂੰ ਅਸੀਂ ਅੱਜ ਦੇ ਯੁੱਗ 'ਚ ਹਿਊਮਨ ਰਾਈਟਸ ਕਹਿੰਦੇ ਆ, ਜਿਹਨੂੰ ਅੱਜ ਦੇ ਯੁੱਗ 'ਚ ਹਿਊਮਨ ਰਾਈਟਸ ਕਹਿੰਦੇ। ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਜਿਹੜਾ ਸੀ ਅੰਮ੍ਰਿਤਸਰ ਦੇ ਵਿੱਚ ਹੀ ਗੁਰੂ ਕੇ ਮਹਿਲ ਵਿਖੇ ਜਿਹੜੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੀਗੇ ਜੀ, ਉਹਨਾਂ ਦੇ ਸ਼ਹਿਜ਼ਾਦੇ ਸਨ ਜੀ। ਉਹਨਾਂ ਦਾ ਜਨਮ 1621 ਈਸਵੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ ਗੁਰੂ ਕੇ ਮਹਿਲ ਵਿਖੇ। ਜੀ, ਗੁਰੂ ਕਾ ਮਹਿਲ ਗੁਰਦੁਆਰਾ ਗੁਰੂ ਕਾ ਉਹਨਾਂ ਦੀ ਮਹਿਲ। ਮਾਤਾ ਦਾ ਨਾਮ ਬੀਬੀ ਨਾਨਕੀ ਸੀਗੀ ਜੀ। ਤੇ ਉਹ ਬੜੇ ਸ਼ੁਰੂ ਤੋਂ ਹੁੰਦੜਹੇਰ ਸਰੀਰ ਦੇ ਜਿਹੜੇ ਸੀ ਉਹਨਾਂ ਦੇ ਹੈਗੇ ਸੀਗੇ। ਤੇ ਗੁਰੂ ਸਾਹਿਬ ਨੇ ਜਦ ਵੇਖਿਆ ਸੀ ਉਹਨਾਂ ਨੂੰ ਆ ਕੇ, ਜੀ, ਉਦੋਂ ਕਿਹਾ ਸੀ ਕਿ ਬੜਾ ਬਹਾਦਰ ਕੋਈ ਸੂਰਮਾ ਪੈਦਾ ਹੋਇਆ ਜੀ। ਪੱਟੀ ਸਾਹਿਬ, ਗੱਲ ਕਰੀਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਪਨ ਦੀ ਜਾਂ ਉਹਨਾਂ ਦੇ ਨਾਮ ਦੀ, ਤਾਂ ਇਤਿਹਾਸਕ ਜ਼ਿਕਰ ਮਿਲਦਾ ਆ ਕਿ ਉਹਨਾਂ ਦਾ ਨਾਮ ਤੇਗ ਬਹਾਦਰ ਜਿਹੜਾ ਉਹ ਬਾਅਦ ਦੇ ਵਿੱਚ ਰੱਖਿਆ ਗਿਆ। ਪਹਿਲਾਂ ਉਹਨਾਂ ਦਾ ਨਾਮ ਜਿਹੜਾ ਉਹ ਹੋਰ ਸੀਗਾ। ਮੈਂ ਚਾਹੂੰਗਾ ਕਿ ਉਸ ਬਾਬਤ ਵੀ ਸੰਗਤਾਂ ਦੇ ਨਾਲ ਜ਼ਰੂਰ ਤੁਸੀਂ ਸਾਂਝ ਜਿਹੜੀ ਆ ਪਾਓ। ਗੁਰੂ ਸਾਹਿਬ ਦੀ ਇਹ ਸੀ ਵੀ ਉਹ ਬੜੇ ਤਿਆਗ ਮੂਰਤ ਵਾਲੇ ਬੰਦੇ ਸੀ। ਉਹ ਲਾਲਚ ਕੋਈ ਨਹੀਂ ਸੁਣਦਾ। ਕਈ ਵਾਰੀ ਤੇ ਉਹ ਕਿਤੇ ਭਗਤੀ ਬੈਠ ਜਾਂਦੇ ਸੀ, ਕਈ ਘੰਟੇ ਕਿੰਨਾ ਸਮਾਂ ਭਗਤੀ ਬੈਠੇ ਰਹਿੰਦੇ ਸੀ। ਲਾਗੇ ਜੋ ਮਰਜ਼ੀ ਰਵੇ, ਉਹਨਾਂ ਨੂੰ ਕੋਈ ਪਤਾ ਨਹੀਂ ਸੀ ਲੱਗਦਾ। ਸਿਰਫ ਅਕਾਲ ਪੁਰਖ ਨਾਲ ਲਿਪ ਜੁੜੀ ਰਹਿੰਦੀ ਸੀ ਉਹਨਾਂ ਦੀ। ਜੀ। ਤੇ ਇਹ ਜਿੱਥੇ ਭਗਤੀ ਦੇ ਪ੍ਰਤੀਕ ਸਨ, ਸ਼ਕਤੀ ਦੇ ਪ੍ਰਤੀਕ ਸਨ। ਜੀ। ਉਹ ਤਲਵਾਰ ਦੇ, ਕਿਰਪਾਨ ਦੇ ਬੜੇ ਧਨੀ ਸਨ। ਜੀ। ਤੇ ਉਹਨਾਂ ਦਾ ਨਾਮ ਪਹਿਲਾਂ ਤਿਆਗਮਲ ਸੀਗਾ। ਤੇ ਫਿਰ ਤਿਆਗਮਲ ਜਿਹੜਾ ਨਾਮ ਸੀਗਾ ਉਹ ਤੋਂ ਤੇਗ ਬਹਾਦਰ ਫਿਰ ਕਿਵੇਂ ਜਿਹੜਾ ਆ ਉਹ ਬਦਲਿਆ ਗਿਆ? ਜਦੋਂ 1634 ਦੇ ਵਿੱਚ ਕਰਤਾਰਪੁਰ ਦੀ ਜੰਗ ਹੋਈ ਸੀ ਗੁਰੂ ਸਾਹਿਬ ਦੀ। ਜੀ। ਤੇ ਗੁਰੂ ਸਾਹਿਬ ਦੇ ਜੰਗ ਦੇ ਵਿੱਚ ਜਿਹੜੇ ਸੀ ਗੁਰੂ ਸਾਹਿਬ ਨੇ ਬੜੀ ਬਹਾਦਰੀ ਦਾ ਜੰਗ ਲੜੀ ਸੀ, ਬੜੀ ਦਲੇਰੀ ਨਾਲ ਜੰਗ ਲੜੀ ਸੀ। ਜੀ। ਜਿਹੜੇ ਸੀ ਮੁਗਲ ਸੀ ਉਹਨਾਂ ਦਾ ਬੜੇ ਲੋਹੇ ਚਣੇ ਚ ਪਾਏ ਸੀ ਉਹਨਾਂ ਨੂੰ। ਜੀ। ਉੱਥੋਂ ਫਿਰ ਜਿਹੜੀ ਵੇਖ ਕੇ ਤੇ ਗੁਰੂ ਸਾਹਿਬ ਜਿਹੜੇ ਸੀ ਗੁਰੂ ਅਰਜਨ ਪਾਤਸ਼ਾਹ ਉਹਨਾਂ ਕਿਹਾ ਵੀ ਬਈ ਇਹ ਤੇ ਬੜਾ ਤਕੜਾ ਹੈ ਤੇ ਤਿਆਗਮਲ ਨਹੀਂ ਤਾਂ ਤੇਗ ਬਹਾਦਰ। ਜੀ। ਉੱਥੋਂ ਫਿਰ ਇਹਨਾਂ ਨੂੰ ਲਕਬ ਜਿਹੜਾ ਤਿਆਗਮਲ ਤੋਂ ਜਿਹੜਾ ਸੀ ਤੇਗ ਬਹਾਦਰ ਦੇ ਲਕਬ ਦਾ ਨਾਮ ਮਿਲਿਆ ਸੀਗਾ। ਤੇ ਜਿਹੜਾ ਆਖਰ ਤੱਕ ਤੇਗ ਬਹਾਦਰ ਹੀ ਰਿਹਾ। ਜੀ। ਤੇ ਤੇਗ ਬਹਾਦਰ ਦੀ ਜੇ ਆਪਾਂ ਗੱਲ ਕਰੀਏ ਤੇ ਮੈਂ ਇੱਕ ਕਹਿੰਦੇ ਹੁੰਦੇ ਵੀ ਇਸ਼ਕੋਂ ਵੀ ਬਹੁਤ ਅੱਗੇ ਪਹੁੰਚੇ ਜਨੂਨ ਤੇਰਾ। ਜੀ। ਇਸ਼ਕ ਦੀ ਖਾਤਰ ਸਾਂਝਾ ਡੁੱਲੇ ਖੂਨ ਤੇਰਾ। ਜੀ। ਇਹ ਕਿਸੇ ਸ਼ਾਇਰ ਨੇ ਉਹਨਾਂ ਤੇ ਇੱਕ ਸ਼ਾਇਰੀ ਕੀਤੀ ਸੀ। ਮੈਂ ਉਸ ਤੇ ਬੜੀ ਢੁਕਵੀਂ ਸ਼ਾਇਰੀ ਕੀਤੀ। ਜੀ ਜੀ ਬਿਲਕੁਲ। ਪੱਟੀ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ
ਗੁਰੂ ਤੇਗ ਬਹਾਦਰ ਜਿਹੜੇ ਸੀਗੇ ਉਹਨਾਂ ਦਾ ਨਾਮ ਪਹਿਲਾਂ ਤਿਆਗਮੱਲ ਸੀਗਾ, ਤੇ ਫਿਰ ਜਦੋਂ ਉਹਨਾਂ ਨੇ ਤੇਗ ਰਾਹੀਂ ਜੌਹਰ ਜਿਹੜੇ ਆ ਉਹ ਜੰਗ ਦੇ ਮੈਦਾਨ ਦੇ ਵਿੱਚ ਦਿਖਾਏ ਤਾਂ ਉੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਦੇਖਿਆ ਜਦੋਂ ਆਪਣੇ ਪੁੱਤਰ ਨੂੰ ਤੇਗ ਚਲਾਉਂਦਿਆਂ ਹੋਇਆਂ, ਤਾਂ ਕਿਹਾ ਕਿ ਤਿਆਗਮੱਲ ਨਹੀਂ, ਇਹ ਤਾਂ ਤੇਗ ਬਹਾਦਰ ਹੈ। ਫਿਰ ਉਹਨਾਂ ਦਾ ਨਾਮ ਜਿਹੜਾ ਆ ਉਹ ਉਸੇ ਹੀ ਦਿਨ ਤੋਂ ਤੇਗ ਬਹਾਦਰ ਦੇ ਰੂਪ ਦੇ ਵਿੱਚ ਜਿਹੜਾ ਆ ਉਹ ਸਾਹਮਣੇ ਆਇਆ। ਸੋ ਗੱਲ ਕਰੀਏ ਬਾਬਾ ਬਕਾਲਾ ਦੀ, ਤਾਂ ਬਾਬਾ ਬਕਾਲਾ ਦੇ ਨਾਲ ਵੀ ਗੁਰੂ ਸਾਹਿਬ ਦਾ ਇਤਿਹਾਸ ਜਿਹੜਾ ਆ ਉਹ ਜੁੜਦਾ ਆ। ਬਾਬਾ ਬਕਾਲਾ ਵਿਖੇ ਕਿੰਨਾ ਕੁ ਸਮਾਂ ਜਿਹੜਾ ਗੁਰੂ ਸਾਹਿਬ ਨੇ ਬਤੀਤ ਕੀਤਾ, ਤੇ ਬਾਬਾ ਬਕਾਲਾ ਵਿਖੇ ਦਾ ਕੀ ਇਤਿਹਾਸ ਜਿਹੜਾ ਗੁਰੂ ਸਾਹਿਬ ਨਾਲ ਜਿਹੜਾ ਜੁੜਦਾ ਆ? ਜਿਹੜਾ ਬਾਬਾ ਬਕਾਲਾ ਸੀ ਜੀ, ਉਹ ਗੁਰੂ ਸਾਹਿਬ ਦਾ ਨਾਨਕਾ ਪਿੰਡ ਸੀਗਾ ਜੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਸੀ ਉਹ ਸੱਚਖੰਡ ਪਿਆਨਾ ਕਰ ਗਏ ਤੇ ਇਹ ਮੁੜ ਕੇ ਬਾਬੇ ਬਕਾਲੇ ਆ ਗਏ ਜੀ। ਬਾਬੇ ਬਕਾਲੇ ਕਿਹਾ ਜਾਂਦਾ ਵੀ ਉਹ ਇੱਕ ਇਕਾਂਤਵਾਸ ਹੋ ਕੇ ਇੱਕ ਭਗਤੀ ਕੀਤੀ। ਕੋਈ ਕਹਿੰਦਾ 25 ਸਾਲ ਕੀਤੀ, ਕੋਈ ਕਹਿੰਦਾ 26 ਸਾਲ ਕੀਤੀ। ਕੁਝ ਵਿਦਵਾਨ ਕਹਿੰਦੇ ਵੀ ਭਗਤੀ ਇਹਦੀ ਨਹੀਂ ਕੀਤੀ, ਉਹਨਾਂ ਪ੍ਰਚਾਰ ਬਹੁਤ ਕੀਤਾ ਜੀ। ਇਹ ਵੱਖੋ ਵੱਖਰੀ ਰਾਏ ਆ ਜੀ ਜੀ। ਇਸੇ ਗੱਲ ਨੂੰ ਲੈ ਕੇ ਅੱਜ ਢੱਡਰੀਆਂ ਵਾਲਾ ਤੇ ਸਾਡੇ ਜਿਹੜੇ ਟਕਸਾਲ ਵਾਲੇ ਆਮੋ ਸਾਹਮਣੇ ਆ, ਉਹ ਕਹਿੰਦੇ ਜੀ ਭਗਤੀ ਇੰਨੀ ਕੀਤੀ, ਕਹਿੰਦੇ ਇੰਨੀ ਕੀਤੀ। ਅਸੀਂ ਇਸ ਬਾਤ ਵਿੱਚ ਨਹੀਂ ਪਵਾਂਗੇ ਜੀ ਜੀ ਬਿਲਕੁਲ। ਲੇਕਿਨ ਜੋ ਗਾਥਾ ਆ ਰਹੀ ਵੀ ਉਹਨਾਂ ਭਗਤੀ ਕੀਤੀ ਉੱਥੇ ਜੀ। ਜਦੋਂ ਭਗਤੀ ਕੀਤੀ, ਇਕਾਂਤਵਾਸ ਬੈਠ ਕੇ ਭਗਤੀ ਕੀਤੀ, ਤੇ ਉਸ ਟਾਈਮ ਦੇ ਉੱਤੇ ਜਦੋਂ 8ਵੇਂ ਪਾਤਸ਼ਾਹ ਜਦੋਂ ਇੱਥੇ ਕੀਰਤਪੁਰ ਸਨ ਜੀ, ਇਹਨਾਂ ਨੂੰ ਪਤਾ ਲੱਗਾ ਵੀ ਦਿੱਲੀ ਦੇ ਵਿੱਚ ਚਿਚਕ ਫੈਲ ਗਈ ਹੈ, ਤੇ ਇਹ ਪ੍ਰਚਾਰ ਕਰਦੇ ਕਰਦੇ ਫਿਰ ਦਿੱਲੀ ਜਿਹੜੇ ਸੀ ਮਰੀਜ਼ਾਂ ਦੇ ਇਲਾਜ ਵਾਸਤੇ ਗਏ ਜੀ। ਤੇ ਬਾਲਾ ਸਾਹਿਬ ਗੁਰਦੁਆਰੇ ਉਹ ਜਦੋਂ ਜੋਤੀ ਜੋ ਸਮਾਉਣ ਲੱਗੇ ਤੇ ਉਹਨਾਂ ਨੂੰ ਪੁੱਛਿਆ ਗਿਆ, ਮਹਾਰਾਜ ਜੀ ਸਾਨੂੰ ਅਗਲਾ ਵੀ ਰਾਹ ਦੱਸ ਦਿਓ ਵੀ ਅਗਲੇ ਗੁਰੂ ਕੌਣ ਹੋਣਗੇ ਜੀ। ਉਹਨਾਂ ਕਹਾ ਜੀ ਬਕਾਲੇ ਜੀ। ਬਕਾਲੇ ਜੀ। ਹੁਣ ਬਕਾਲੇ ਗੁਰੂ ਲੱਭਣਾ ਕਿੱਥੋਂ ਸੀ ਜੀ? ਬਕਾਲੇ ਕਹਿ ਗਏ ਜੀ। ਹੋਇਆ ਇਦਾਂ ਵੀ ਜਿਹੜਾ ਮੱਖਣ ਸ਼ਾਹ ਲਬਾਣਾ ਸੀ, ਬੜਾ ਗੁਰੂ ਘਰ ਦਾ ਸ਼ਰਧਾਲੂ ਸੀ। ਉਹਦੇ ਬਾਰੇ ਜਿਹੜੀ ਕਥਾ ਆਉਂਦੀ ਹੈ, ਇਹ ਆਉਂਦੀ ਹੈ ਵੀ ਉਹਦੇ ਜਹਾਜ਼ ਜਿਹੜੇ ਗਏ ਸੀ ਵਪਾਰ ਵਾਸਤੇ, ਉਹ ਕਿਨਾਰੇ ਨਹੀਂ ਲੱਗੇ ਸੀਗੇ ਜੀ, ਤੇ ਡੁੱਬਣ ਦਾ ਖਤਰਾ ਪੈਦਾ ਹੋ ਗਿਆ ਸੀਗਾ ਜੀ। ਉਸ ਟਾਈਮ ਦੇ ਉੱਤੇ ਗੁਰੂ ਸਾਹਿਬ ਅੱਗੇ ਜਿਹੜੀ ਸੀ ਜੋਦੜੀ ਕੀਤੀ ਸੱਚੇ ਪਾਤਸ਼ਾਹ ਜੀ, ਜੇ ਮੇਰੇ ਦਰਬਾਰ ਦੇ ਵਿੱਚ ਜਿਹੜੀ ਮੇਰੇ ਜਹਾਜ਼ ਬੰਨੇ ਲੱਗ ਜਾਣ ਤੇ ਮੈਂ ਤੇਰੇ ਦਰਬਾਰ ਤੇ 500 ਮੋਹਰਾਂ ਚਲਾਉਂਗਾ ਜੀ। ਜਹਾਜ਼ ਬੰਨੇ ਲੱਗ ਗਏ ਜੀ। ਜਿਹੜਾ ਸੀ ਮੱਖਣ ਸ਼ਾਹ ਲਵਾਣਾ ਬੜਾ ਖੁਸ਼ ਹੋਇਆ ਵੀ ਗੁਰੂ ਸਾਹਿਬ ਨੇ ਬੜੀ ਮੇਰੀ ਨੇੜੇ ਹੋ ਕੇ ਸੁਣੀ ਆ ਜੀ। ਤੇ ਉਸ ਟਾਈਮ ਤੇ ਗੁਰੂ ਸਾਹਿਬ ਦਾ ਪਤਾ ਕੀਤਾ। ਉਹ ਕਹਿੰਦੇ ਜੀ ਉਹ ਗੁਰੂ 8ਵੇਂ ਪਾਤਸ਼ਾਹ ਕਹਿ ਗਏ ਨਹੀਂ ਬਾਬਾ ਬਕਾਲੇ ਜੀ। ਬਾਬਾ ਬਕਾਲੇ ਜੀ ਵੀ ਬਾਬਾ ਅੱਜ ਕੱਲ੍ਹ ਅਗਲਾ ਬਾਬਾ ਜਿਹੜਾ ਬਕਾਲੇ ਆ ਜੀ। ਉਹ ਮੱਖਣ ਸ਼ਾਹ ਲਬਾਣਾ ਜਦੋਂ ਆਇਆ ਆਪਣੇ 500 ਮੋਹਰੀਆਂ ਚੜਾਉਣ ਵਾਸਤੇ ਤੇ ਗੁਰੂ ਸਾਹਿਬ ਨੂੰ ਮਿਲਣ ਵਾਸਤੇ, ਉਹ ਪੱਟੀ ਸਾਹਿਬ ਕਹਿੰਦੇ ਜਿਹੜਾ ਅਸੀਂ ਇਤਿਹਾਸ ਪੜ੍ਹਦੇ ਉੱਥੇ ਜ਼ਿਕਰ ਆਉਂਦਾ ਹੈ ਕਿ ਮੋਹਰਾਂ ਦੀ ਗੱਲ ਜਦੋਂ ਬਾਬੇ ਬਕਾਲੇ ਤੱਕ ਪਹੁੰਚੀ ਤੇ ਕਈ ਲੋਕ ਮੰਜੀਆਂ ਢਾਹ ਕੇ ਬੈਠ ਗਏ ਸੀ ਜੀ ਜੀ ਜੀ। ਉੱਥੇ ਕੀ ਹੋਇਆ, ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਇਹ ਇੱਥੇ ਹੈਗੇ ਬਾਬੇ ਬਕਾਲੇ ਦੀ ਗੱਲ ਹੋਈ ਆ ਕਿ ਬਾਬਾ ਬਕਾਲੇ ਤੇ ਕਈ ਜਿਹੜੇ ਹੈਗੇ ਸੀ ਮੰਤ ਤੇ ਮਸੰਦ ਜਿਹੜੇ ਸੀ ਉੱਥੇ ਬੈਠ ਕੇ ਮੰਜੀਆਂ ਢਾਹ ਕੇ 21 ਮੰਜੀਆਂ ਢਾਹ ਕੇ ਬਹਿ ਗਏ ਜੀ। ਉਹ ਕਹੇ ਮੈਂ ਮੰਨਤਾ ਮੈਂ ਗੁਰੂ, ਉਹ ਕਹੇ ਮੈਂ ਗੁਰੂ। ਆਪਣੇ ਨਾਲ ਚੇਲੇ ਬਣ ਕੇ ਭਰਤੀ ਕਰ ਲਏ ਉਹਨਾਂ ਨੇ। ਤੇ ਸੰਗਤਾਂ ਆਉਂਦੀਆਂ ਸੀ, ਸਾਰਿਆਂ ਨੂੰ ਜਿਹੜੇ ਥੋੜਾ ਜਿਹੜਾ ਚਲਾਵਾ ਦੇ ਕੇ ਤੇ ਚਲੇ ਜਾਂਦੀਆਂ ਸੀ ਜੀ। ਉਹਨਾਂ ਨੂੰ ਪਤਾ ਹੀ ਨਹੀਂ ਸੀ ਅਸਲੀ ਗੁਰੂ ਕਿੱਥੇ ਆ ਜੀ। ਤੇ ਜਦੋਂ ਫਿਰ ਉਹ ਮੱਖਣ ਸ਼ਾਹ ਲਬਾਣਾ ਆਇਆ, ਉਹਨੇ ਸੋਚਿਆ ਵੀ ਹੁਣ ਕੀ ਕੀਤਾ ਜਾਵੇ, ਇਹਨਾਂ ਦੀ ਪਰਖ ਕਿਵੇਂ ਕਰਾਂ ਜੀ। ਮੱਖਣ ਸ਼ਾਹ ਲਬਾਣਾ ਨੇ ਹਰ ਇੱਕ ਜਗ੍ਹਾ 5-5 ਮੋਹਰਾਂ ਰੱਖੀਆਂ ਤੇ ਮੱਥਾ ਟੇਕ ਕੇ ਅੱਗੇ ਤੁਰਿਆ ਗਿਆ। ਜਦੋਂ 21 ਨੂੰ ਟੇਕ ਦਿੱਤਾ ਤੇ ਉਹਨੇ ਕਿਹਾ ਵੀ ਕੋਈ ਹੋਰ ਗੁਰੂ ਹੈ, ਕੋਈ ਹੋਰ ਬਾਬਾ ਹੈਗਾ ਇੱਥੇ ਜੀ। ਇੱਕ ਮਾਈ ਕਹਿੰਦੀ ਵੀ ਆ ਭੋਰੇ 'ਚ ਇੱਕ ਸਾਧ ਬੈਠਾ ਹੀ ਬੜੀ ਦੇਰ ਦਾ, ਇਹ ਵੇਖਦਾ ਬਾਬਾ ਹੋਵੇ ਤੇ ਕੋਈ। ਜਦੋਂ ਉੱਥੇ ਜਾ ਕੇ ਉਹਨੇ 5 ਮੋਹਰਾਂ ਰੱਖੀਆਂ ਤੇ ਫਿਰ ਗੁਰੂ ਸਾਹਿਬ ਨੇ ਕਿਹਾ ਵੀ ਭਾਈ ਮੱਖਣ ਸ਼ਾਹ ਕੀ ਕਰ ਰਿਹਾ ਵਾ ਜੀ। 500 ਕਹਿ ਕੇ ਸਾਡੇ ਨਾਲ ਧੋਖਾ ਕਰਨ ਲਿਆ। ਤੇਰੇ ਜਹਾਜ਼ ਬੰਨੇ ਲਾਉਣ ਵਾਸਤੇ ਮੋਢਾ ਵੇਖ ਮੇਰਾ। ਜਦੋਂ ਮੋਢਾ ਵੇਖਿਆ ਵੀ ਤੇਰੇ ਜਹਾਜ਼ ਨੂੰ ਮੋਢਾ ਲਾ ਕੇ ਬੰਨੇ ਲਾਇਆ ਗਿਆ ਵਾ ਜੀ, ਤੇ ਫਿਰ ਉਹਨੇ 500 ਮੋਹਰਾਂ ਤਾਂ ਚੜਾਉਣੀਆਂ ਸੀਗੀਆਂ। ਤੇ ਗੁਰੂ ਸਾਹਿਬ ਤੇ ਵੈਸੇ ਇੱਕ ਕੌਤਕ ਸੀ ਉਹਨਾਂ ਦਾ ਜੀ 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 ਬਿਲਕੁਲ। ਤੇ ਮੋਹਰਾਂ ਉਹਨਾਂ ਕੀ ਕਰਨੀਆਂ ਸੀਗੀਆਂ। ਤੇ ਫਿਰ ਉਹਨੇ ਕੋਠੇ ਤੇ ਚੜ੍ਹ ਕੇ ਆਪਣੀ ਚਾਦਰ ਜਿਹੜੀ ਸੀ ਇੱਕ ਬਣਾ ਕੇ ਉਹਦਾ ਪੂਲਾ ਜਿਹਾ ਬਣਾ ਕੇ ਲਾਈ ਵੀ ਗੁਰੂ ਲਾ ਦੋ ਰੇ ਜੀ। ਜਦੋਂ ਅਸਲੀ ਗੁਰੂ ਲੱਭ ਗਿਆ ਤੇ ਫਿਰ ਉਹ ਜਿਹੜੇ ਨਕਲੀ ਗੁਰੂ ਸੀ ਜੀ, ਉਹਨਾਂ ਆਪਣਾ ਬੋਰੀਆ ਬਿਸਤਰਾ ਗੋਲ ਕੀਤਾ ਤੇ ਚਲੇ ਗਏ ਜੀ। ਉੱਥੋਂ ਫਿਰ ਗੁਰੂ ਸਾਹਿਬ ਨੇ ਜਿਹੜਾ ਸੀ ਆਪਣਾ ਅਗਲਾ ਪ੍ਰਚਾਰ ਸ਼ੁਰੂ ਕੀਤਾ। ਇਹ ਬਾਬੇ ਬਕਾਲੇ ਨੇ ਇੱਕ ਗਾਥਾ ਜੁੜਦੀ ਹੈ ਜੀ ਵੀ ਮੱਖਣ ਸ਼ਾਹ ਲਬਾਣਾ ਇੱਕ ਸਬੱਬ ਬਣਿਆ ਜੀ। ਜਦੋਂ 8ਵੇਂ ਪਾਤਸ਼ਾਹ ਨੇ ਕਹਿਤਾ ਵੀ ਅਗਲਾ ਬਾਬਾ ਬਕਾਲੇ ਜੀ, ਤੇ ਫਿਰ ਮੱਖਣ ਸ਼ਾਹ ਨੇ ਜਦੋਂ ਆ ਕੇ ਇੱਥੇ ਲੱਭਿਆ ਗੁਰੂ ਸਾਹਿਬ ਨੂੰ, ਤੇ ਫਿਰ ਸੰਗਤਾਂ ਇੱਥੇ ਵੱਡੀ ਗਿਣਤੀ 'ਚ ਪੁੱਜੀਆਂ ਜੀ। ਤੇ ਤੁਹਾਨੂੰ ਪਤਾ ਵੀ ਜਦੋਂ
ਗੁਰੂ ਸਾਹਿਬ ਦੇ ਟਾਈਮ ਦੇ ਉੱਤੇ ਜੀ ਜਿਹੜੀ ਵਿਸਾਖੀ ਮਨਾਈ ਜਾਂਦੀ ਸੀ, ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਸੀਗਾ, ਜੀ ਉਹ ਜਿੱਥੇ ਗੁਰੂ ਸਾਹਿਬ ਹੁੰਦੇ ਉੱਥੇ ਮਨਾਇਆ ਜਾਂਦਾ ਸੀ, ਅੱਛਾ ਜੀ ਨਾ ਕਿ ਇੱਕ ਜਗ੍ਹਾ ਮਨਾਇਆ ਜਾਂਦਾ ਸੀ। ਜੀ ਤੇ ਗੁਰੂ ਸਾਹਿਬ ਦੇ ਟਾਈਮ ਦੇ ਉੱਤੇ ਫਿਰ ਜਿੱਥੇ ਬਾਬਾ ਬਕਾਲੇ ਆਏ ਉੱਥੇ ਤਿਉਹਾਰ ਮਨਾਏ ਗਏ, ਫਿਰ ਜਿੱਥੇ ਜਿੱਥੇ ਗਏ ਉਸ ਤੋਂ ਬਾਅਦ ਜੀ। ਉਹਨਾਂ ਨੇ ਕਾਫੀ ਪ੍ਰਚਾਰ ਕੀਤਾ। ਉਹ ਤਰਨਤਾਰਨ ਸਾਹਿਬ ਗਏ, ਗੋਇੰਦਵਾਲ ਸਾਹਿਬ, ਨਵਾਂ ਸ਼ਹਿਰ ਵਾਲੇ ਪਾਸੇ ਵੀ ਗਏ, ਜੀ ਮਤਲਬ ਕਾਫੀ ਉਹਨਾਂ ਪ੍ਰਚਾਰ ਕੀਤਾ। ਬਿਲਕੁਲ। ਸੋ ਬਿਲਕੁਲ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਉੱਤੇ, ਉਹਨਾਂ ਦੇ ਜੀਵਨ ਦੇ ਉੱਤੇ। ਸੋ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਆ, ਬਾਬੇ ਬਕਾਲੇ ਵਿਖੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਜਦੋਂ ਮੱਖਣ ਸ਼ਾਹ ਲੁਬਾਣਾ ਪਹੁੰਚਦਾ ਆ ਤਾਂ ਉੱਥੇ ਫਿਰ ਗੁਰੂ ਸਾਹਿਬ ਦੇ ਬਾਰੇ ਦੇ ਵਿੱਚ ਜਦੋਂ ਉਸ ਨੂੰ ਪਤਾ ਲੱਗਦਾ ਆ ਤਾਂ ਉਹ ਕੋਠੇ ਦੇ ਉੱਤੇ ਚੜ੍ਹ ਕੇ ਫਿਰ ਜਿਹੜਾ ਆ ਉਹ ਲੋਕਾਂ ਨੂੰ ਦੱਸਦਾ ਆ ਕਿ ਗੁਰੂ ਲਾਧੋਰੇ, ਗੁਰੂ ਲਾਧੋਰੇ। ਸੋ ਹੁਣ ਇਸ ਤੋਂ ਅੱਗੇ ਜਿਹੜੀ ਗੱਲਬਾਤ ਆ ਉਹ ਕਰਦੇ ਆ। ਪੱਟੀ ਸਾਹਿਬ, ਗੱਲ ਕਰੀਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ। ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਉਹਨਾਂ ਨੇ ਜੰਗ ਜਿਹੜੇ ਆ ਉਹ ਕੋਈ ਜੰਗ ਹੋਰ ਵੀ ਲੜਿਆ ਜਾਂ ਸਿਰਫ ਆਪਣੇ ਜੀਵਨ ਕਾਲ ਦੇ ਵਿੱਚ ਇੱਕ ਹੀ ਜੰਗ ਜਿਹੜਾ ਲੜਿਆ ਹੈ ਜਿਸ ਤੋਂ ਉਹਨਾਂ ਦਾ ਨਾਮ ਜਿਹੜਾ ਆ ਉਹ ਤਿਆਗਮਲ ਤੋਂ ਤੇਗ ਬਹਾਦਰ ਜਿਹੜਾ ਆ ਉਹ ਬਣ ਗਿਆ ਸੀ। ਤੇ ਜੰਗ ਜਿਹੜੀ ਕਿੱਥੇ ਲੜੀ ਸੀ? ਇਹ ਜੰਗ ਕਰਤਾਰਪੁਰ ਲੜੀ ਸੀ ਜੀ। ਜੀ ਕਰਤਾਰਪੁਰ, ਜਿਹਨੂੰ ਅੱਜ ਕੱਲ੍ਹ ਝੂਠਾ ਕਰਤਾਰਪੁਰ ਵੀ ਕਹਿੰਦੇ, ਉੱਥੇ ਜੰਗ ਹੋਈ ਸੀ, ਬੜੀ ਜ਼ਬਰਦਸਤ ਜੰਗ ਹੋਈ ਸੀ ਜੀ। ਗੁਰੂ ਸਾਹਿਬ ਨੇ 4 ਜੰਗਾਂ ਲੜੀਆਂ ਸੀ ਗੁਰੂ ਹਰਗੋਬਿੰਦ ਪਾਤਸ਼ਾਹ, ਤੇ 4 ਦੀਆਂ 4 ਜਿੱਤੀਆਂ ਸੀ ਜੀ। ਤੇ ਗੁਰੂ ਗੋਬਿੰਦ ਸਿੰਘ ਨੇ 14 ਜੰਗਾਂ ਲੜੀਆਂ ਸੀ ਤੇ 14 ਦੀ 14 ਜਿੱਤੀਆਂ ਸੀਗੀਆਂ ਜੀ। ਇਸ ਕਰਕੇ ਉਹ ਜੰਗ ਤੋਂ ਬਾਅਦ ਤੇਗ ਬਹਾਦਰ ਨਾਂ ਪੈ ਗਿਆ। ਤੇ ਉਸ ਤੋਂ ਬਾਅਦ ਫਿਰ ਇਹਨਾਂ ਭਗਤੀ ਕੀਤੀ ਆ, ਕਿਉਂਕਿ 1644 ਦੇ ਵਿੱਚ ਜਿਹੜਾ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਸ ਚੜ੍ਹਾਈ ਕਰ ਗਏ ਨੇ, ਸੱਚਖੰਡ ਪਿਆਨਾ ਕਰ ਗਏ ਨੇ ਜੀ, ਉਸ ਤੋਂ ਬਾਅਦ ਜਿਹੜਾ ਸੀ ਫਿਰ ਇਹ ਭਗਤੀ ਵਾਲੇ ਪਾਸੇ ਦਾ ਸਮਾਂ ਰਿਹਾ। 25-26 ਸਾਲ ਭਗਤੀ ਕਰਦੇ ਰਹੇ ਜੀ। ਤੇ ਉਹ ਇੱਕ ਇਹਨਾਂ ਦਾ ਸਾਖੀ ਹੋਰ ਜੁੜਦੀ ਹੈ ਜੀ ਵੀ ਜਦੋਂ ਇੱਕ ਵਾਰੀ ਧੀਰ ਮੱਲੀਆਂ ਨੇ ਵਿਰੋਧ ਸ਼ੁਰੂ ਕਰਤਾ ਇਹਨਾਂ ਦੀ ਗੱਦੀ ਤੋਂ ਬਾਅਦ ਜੀ, ਤੇ ਸ਼ੀਏ ਮਸੰਦ ਨੂੰ ਉਹਨੇ ਕਿਹਾ ਵੀ ਇਹਦਾ ਖਤਮ ਕਰੋ ਇਹਨੂੰ ਜੀ। ਤੇ ਸ਼ੀਏ ਮਸੰਦ ਨੇ ਆ ਕੇ ਆਪਣੇ ਬੰਦੇ ਲੈ ਕੇ ਤੇ ਗੁਰੂ ਸਾਹਿਬ ਤੇ ਗੋਲੀ ਚਲਾਈ ਸੀ। ਗੁਰੂ ਸਾਹਿਬ ਅਡੋਲ ਬੈਠੇ ਰਹੇ, ਆਪਣੀ ਭਗਤੀ ਕਰਦੇ ਰਹੇ, ਫੱਟੜ ਹੋ ਗਏ, ਉਹਨਾਂ ਕਿਸੇ ਨੂੰ ਨਹੀਂ ਰੋਕਿਆ ਜੀ। ਤੇ ਜੋ ਸਾਜੋ ਸਮਾਨ ਸੀ ਲੁੱਟ ਕੇ ਸ਼ੀਆ ਮਸੰਦ ਲੈ ਗਿਆ ਜੀ। ਤੇ ਜਦੋਂ ਇਹਦੀ ਭਿਣਕ ਫਿਰ ਮੱਖਣ ਸ਼ਾਹ ਲਬਾਣੇ ਨੂੰ ਪਈ ਤੇ ਮੱਖਣ ਸ਼ਾਹ ਲਬਾਣਾ ਆਪਣੀ ਫੋਰਸ ਲੈ ਕੇ ਆਇਆ ਤੇ ਉਹਨਾਂ ਫਿਰ ਆ ਕੇ ਜਿਹੜਾ ਸੀ ਸ਼ੀਏ ਮਸੰਦ ਜਿਹੜੀ ਇੱਟ ਨੈਟ ਖੜਕਾਤੀ ਜੀ। ਤੇ ਜਿੰਨਾ ਸਮਾਨ ਲੁੱਟਿਆ ਸੀ ਉਹ ਵੀ ਲੈ ਲਿਆ ਤੇ ਜਿਹੜਾ ਉਹਦਾ ਪਿਆ ਸੀ ਧੀਰ ਮੱਲੀਆਂ ਦਾ ਉਹ ਵੀ ਚੁੱਕ ਲਿਆ ਜੀ। ਉਹ ਗੱਡਿਆਂ ਤੇ ਰੱਖ ਕੇ ਆਪਣੇ ਦੇ ਨਾਲ ਗੁਰੂ ਸਾਹਿਬ ਗਏ ਪੇਸ਼। ਸ਼ੀਏ ਮਸੰਦ ਨੂੰ ਜਿਹੜਾ ਸੀ ਉਹ ਮੁਸ਼ਕਾਂ ਬੰਨ੍ਹ ਕੇ ਪੇਸ਼ ਕੀਤਾ ਜੀ। ਤੇ ਗੁਰੂ ਸਾਹਿਬ ਨੇ ਉਸ ਟਾਈਮ ਤੇ ਕਿਹਾ ਸੀ ਵੀ ਇਹਨੂੰ ਮਾਫ ਕਰ ਦੇ, ਇਹਨੂੰ ਕੁਛ ਨਹੀਂ ਕਹਿਣਾ, ਆਪਾਂ ਛੱਡ ਦਿਓ ਜੀ। ਤੇ ਜਿਹੜਾ ਸਮਾਨ ਬਾਰੇ ਉਹਨਾਂ ਕਿਹਾ ਵੀ ਜਿਹੜਾ ਉੱਥੋਂ ਤੁਸੀਂ ਲਿਆਂਦਾ ਜਿਹੜਾ ਆਪਣਾ ਉਹ ਰੱਖ ਲਓ ਜੀ, ਜਿਹੜਾ ਆਪਣਾ ਨਹੀਂ ਉਹ ਵਾਪਸ ਕਰ ਦਿਓ ਜੀ। ਉਹਦੇ ਵਿੱਚ ਇੱਕ ਬੀੜ ਸੀ ਜੀ ਤੇ ਉਹ ਉਹਨਾਂ ਵਾਪਸ ਨਹੀਂ ਕੀਤੀ। ਉਹਦੇ ਬਾਰੇ ਕਈ ਚਰਚਾਵਾਂ ਚੱਲਦੀਆਂ, ਮੁੜ ਕੇ ਵਾਪਸ ਕੀਤੀ ਕਿ ਗੁਰੂ ਸਾਹਿਬ ਨਾਰਾਜ਼ ਹੋਏ ਵੀ ਤੁਸੀਂ ਬੀੜ ਵਾਪਸ ਕਿਉਂ ਨਹੀਂ ਕੀਤੀ ਜੀ। ਉੱਥੋਂ ਫਿਰ ਕਹਿੰਦੇ ਵੀ ਇੱਕ ਬਾਕਸ ਦੇ ਵਿੱਚ ਪਾ ਕੇ ਉਹਨਾਂ ਨੇ ਬੀੜ ਜਿਹੜੀ ਸੀ ਦਰਿਆ ਚ ਰੋੜੀ ਤੇ ਨਾਲ ਧੀਰ ਮੱਲ ਨੂੰ ਸੁਣਿਆ ਭੇਜਤਾ ਵੀ ਅਸੀਂ ਬੀੜ ਇੱਥੋਂ ਭੇਜਤੀ ਜੀ। ਉਹ ਬੀੜ ਲੈ ਲਈ ਜੀ। ਉਹਦੇ ਕੁਛ ਜਿਹੜੀ ਸੀ ਸਿਲ ਜ਼ਰੂਰ ਪਈ ਸੀ ਉਹਨੂੰ, ਲੇਕਿਨ ਬੀੜ ਸੁਰੱਖਿਅਤ ਰਹੀ। ਉਹ ਬੀੜ ਅੱਜ ਵੀ ਮੌਜੂਦ ਕਰਤਾਰਪੁਰ ਵਿਖੇ ਜਿਹੜੀ ਹੈਗੀ ਜੀ। ਇਸ ਕਰਕੇ ਗੁਰੂ ਸਾਹਿਬ ਨੇ ਕਦੀ ਵੀ ਕਿਸੇ ਨੇ ਜ਼ਿਆਦਤੀ ਨਹੀਂ ਕੀਤੀ ਜੀ। ਉਹ ਜੰਗ ਇੱਕ ਮੁਗਲਾਂ ਨਾਲ ਲੜੀ, ਉਹ ਤੇ ਆਮੋ ਸਾਹਮਣੇ ਟੱਕਰ ਸੀ ਤੇ ਲਈ ਜੰਗ ਉਹਨਾਂ ਨੇ ਜੀ। ਲੇਕਿਨ ਨਹੀਂ ਤੇ ਉਹ ਬੜੇ ਸ਼ਾਂਤ ਸੁਭਾਅ ਚ ਰਹਿੰਦੇ ਸੀ, ਬੜੀ ਸ਼ਾਂਤੀ ਨਾਲ ਰਹਿੰਦੇ ਸੀਗੇ ਜੀ। ਤੇ ਆਨੰਦਪੁਰ ਸਦਾ ਜਿਹੜਾ ਸੀ ਉਹ ਵੀ ਸ਼ਹਿਰ ਉਹਨਾਂ ਹੀ ਵਸਾਇਆ ਸੀ 1665 ਦੇ ਵਿੱਚ ਜਾ ਕੇ ਜੀ। ਤੇ ਉਦੋਂ ਸ਼ੁਰੂ ਦੀ ਬੁਨਿਆਦ ਰੱਖੀ ਸੀ ਤੇ ਉਹ ਨਹੀਂ ਵਸਾਇਆ ਸੀ ਜੀ। ਭੱਟੀ ਸਾਹਿਬ, ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਗੁਰਤਾ ਗੱਦੀ ਮਿਲਦੀ ਆ, ਜਦੋਂ ਗੁਰੂ ਸਾਹਿਬ ਕਹਿ ਦਿੰਦੇ ਆ ਕਿ ਬਾਬਾ ਬਕਾਲੇ, ਤਾਂ ਉਸ ਤੋਂ ਬਾਅਦ ਦੇ ਵਿੱਚ ਗੁਰਤਾ ਗੱਦੀ ਜਿਹੜੀ ਆ ਉਹ ਮਿਲ ਜਾਂਦੀ ਆ, ਤਾਂ ਫਿਰ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਜਿਵੇਂ ਪਹਿਲਾਂ 8 ਗੁਰੂ ਸਾਹਿਬਾਨਾਂ ਨੇ ਵੱਖ-ਵੱਖ ਜਗ੍ਹਾ ਦੇ ਉੱਤੇ ਜਾ ਕੇ ਪ੍ਰਚਾਰ ਕੀਤਾ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਚਾਰ ਪ੍ਰਸਾਰ ਵਾਸਤੇ ਕੀ ਯੋਗਦਾਨ ਜਿਹੜਾ ਹੋ ਰਿਹਾ? ਨਹੀਂ, ਮੈਂ ਤੁਹਾਨੂੰ ਪਹਿਲਾਂ ਦੱਸਿਆ ਜੀ, ਗੁਰੂ ਸਾਹਿਬ ਅੰਮ੍ਰਿਤਸਰ ਵੀ ਆਏ ਆ ਬੱਲੇ ਵੀ ਗਏ ਨੇ, ਉਹ ਤਰਨਤਾਰਨ ਵੀ ਗਿਆ, ਤਰਨਤਾਰਨ ਦਾ ਜਿਹੜਾ ਹੈਗਾ ਸੀ ਤਰਨਤਾਰਨ ਵੀ ਗਏ ਨੇ, ਗੋਇੰਦਵਾਲ ਸਾਹਿਬ ਵੀ ਗਏ ਨੇ ਜੀ। ਉਹਨਾਂ ਥਾਂ ਜਾ ਕੇ ਪ੍ਰਚਾਰ ਕੀਤਾ, ਇਹ ਨਹੀਂ ਗੱਲ ਨਹੀਂ ਪ੍ਰਚਾਰ ਕੀਤਾ ਜੀ। ਅੰਮ੍ਰਿਤਸਰ ਬਾਰੇ ਤੇ ਇੱਕ ਸਾਖੀ ਹੋਰ ਜੁੜਦੀ ਆ ਵੀ ਜਦੋਂ ਉਹ ਗੁਰੂ ਸਾਹਿਬ ਅੰਮ੍ਰਿਤਸਰ ਆਏ ਨੇ ਜੀ ਤੇ ਜਿਹੜੇ ਮਸੰਦ ਸੀ, ਮੰਤ ਸੀ, ਉਹਨਾਂ ਨੇ ਉਦੋਂ ਦਰਵਾਜ਼ੇ ਬੰਦ ਕਰਤੇ ਜੀ। ਇਹਦੇ ਬਾਰੇ ਕਈ ਰਾਵਾਂ ਹੈਗੀਆਂ, ਇਹਦੇ ਬਾਰੇ ਚ ਅਸੀਂ ਨਹੀਂ ਪੈਂਦੇ, ਲੇਕਿਨ ਕਿਹਾ ਜਾਂਦਾ ਵੀ ਇੱਕ ਸਾਖੀ ਹੁੰਦੀ ਵੀ ਦਰਵਾਜ਼ੇ ਬੰਦ ਕਰਤੇ ਤੇ ਗੁਰੂ ਸਾਹਿਬ ਸ਼ਰਾਬ ਦੇ ਕੇ ਚਲੇ ਗਏ ਸੀ, ਅੰਬਰਸਰੀਏ ਅੰਦਰ ਸੜੀਏ ਜੀ।
ਤੇ ਉਹ ਵੱਲੇ ਗਏ ਤੇ ਵੱਲੇ ਜਦੋਂ ਪਹੁੰਚੇ ਤੇ ਵੱਲੇ ਮਾਈਆਂ ਨੇ ਉਹਦੇ ਝਾਲ ਜਿਹੜੀ ਸੇਵਾ ਸੁਵਾ ਕੀਤੀ ਤੇ ਉਹਨਾਂ ਕਿਹਾ ਸੀ ਮਾਈਆਂ ਰੱਬ ਰਜਾਈਆਂ। ਇਹ ਸ਼ਖਸ ਬੜੀ ਹੈਗੀ ਆ, ਬੜੀਆਂ ਸਾਖੀਆਂ ਹੈਗੀਆਂ ਨੇ ਜੀ, ਲੇਕਿਨ ਕਈ ਜਿਹੜੇ ਤਰਕ ਵਾਲੇ ਬੰਦੇ ਸਾਡੇ ਹੈਗੇ ਨੇ ਇਤਿਹਾਸਕ ਗੁਰਦੁਆਰਾ ਮੌਜੂਦ ਹੈ ਗੁਰੂ ਸਾਹਿਬ ਉੱਥੇ ਵੀ ਇਤਿਹਾਸਕ ਗੁਰਦੁਆਰਾ ਮੌਜੂਦ ਆ, ਜਿੱਥੇ ਉੱਥੇ ਵੀ ਤਿਉਹਾਰ ਬੜਾ ਤਕੜਾ ਮਨਾਇਆ ਜਾਂਦਾ, ਮੇਲਾ ਮਨਾਇਆ ਜਾਂਦਾ ਸਾਲ ਦੇ ਵਿੱਚ ਜੀ ਜੀ ਕੋਠੇ ਦਾ ਮੇਲਾ, ਕੋਠੇ ਦਾ ਮੇਲਾ ਮਨਾਇਆ ਜਾਂਦਾ ਵਾ। ਬਾਬੇ ਕਾਲੇ ਰੱਖੜੀ ਦਾ ਮੇਲਾ ਮਨਾਇਆ ਜਾਂਦਾ ਪੂਰਨਮਾਸ਼ੀ ਦੇ ਉੱਤੇ ਜੀ। ਇਹ ਗੁਰੂ ਸਾਹਿਬ ਦੇ ਬੜੇ ਸੈਂਟਰ ਸੀ। ਨਵਾਂ ਸ਼ਹਿਰ ਗਏ ਨੇ, ਇਸ ਪਾਸੇ ਵੀ ਕਾਫੀ ਮਾਲਵੇ ਦੇ ਵੀ ਜਾ ਕੇ ਨਾ ਤੇ ਦੁਆਬੇ ਚ ਕਾਫੀ ਜਗ੍ਹਾ ਪ੍ਰਚਾਰ ਕੀਤਾ ਉਹਨਾਂ ਨੇ, ਪ੍ਰਚਾਰ ਵੀ ਉਹਨਾਂ ਨੇ ਬੜਾ ਲੰਮਾ ਚੌੜਾ ਕੀਤਾ। ਭੱਟੀ ਸਾਹਿਬ ਇੱਕ ਗੱਲ ਮੈਂ ਥੋੜੀ ਜਿਹੀ ਜਾਣਨੀ ਚਾਹੂੰਗਾ ਕਿ ਅੰਮ੍ਰਿਤਸਰ ਜਦੋਂ ਗੁਰੂ ਸਾਹਿਬ ਆਏ ਤਾਂ ਉਦੋਂ ਅੰਮ੍ਰਿਤਸਰ ਦੇ ਵਿੱਚ ਮਸੰਦ ਸੀਗੇ ਇੱਥੇ ਕਾਬਜ ਹਰਿਮੰਦਰ ਸਾਹਿਬ ਦੇ ਉੱਤੇ, ਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਕਿਉਂ ਨਹੀਂ ਅੰਦਰ ਆਉਣ ਦਿੱਤਾ? ਉਹ ਕੀ ਕਾਰਨ ਬਣਿਆ ਸੀਗਾ? ਨਹੀਂ, ਉਹਨਾਂ ਦਾ ਕਾਰਨ ਇਹ ਸੀ ਵੀ ਜੇ ਗੁਰੂ ਇੱਥੇ ਆ ਕੇ ਬਹਿ ਗਏ ਤਾਂ ਸਾਡਾ ਇੱਥੋਂ ਕਬਜ਼ਾ ਖਤਮ ਹੋ ਜਾਣਾ ਜੀ, ਇਹਨਾਂ ਇੱਥੇ ਕਬਜ਼ਾ ਕਰ ਲੈਣਾ। ਕਿਉਂਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਗਏ ਇੱਥੇ ਮੁੜ ਕੇ ਵਾਪਸ ਨਹੀਂ ਆਏ ਜੀ, ਉਦੋਂ ਬਾਅਦ ਇਹ ਪਾਤਸ਼ਾਹ ਇਹ ਵਾਪਸ ਆਏ ਨੇ। ਇੱਥੇ ਆ ਕੇ ਇਹਨਾਂ ਨੇ ਆ ਕੇ ਵੇਖਿਆ ਤੇ ਮੱਥਾ ਟੇਕਣਾ ਸੀ, ਮੱਥਾ ਨਹੀਂ ਟੇਕਣ ਦਿੰਦੇ, ਕੋਈ ਗੱਲ ਨਹੀਂ ਜੀ, ਉਹ ਬਾਰੋਂ ਬਾਰ ਵਾਪਸ ਚਲੇ ਗਏ। ਇਹ ਹੈਗੀਆਂ ਮੈਂ ਸਾਖੀਆਂ ਹੈਗੀਆਂ ਨੇ ਜੀ, ਇਹ ਸਾਖੀਆਂ ਬਾਰੇ ਸਾਡਾ ਨਿਰਣਾ ਜਿਹੜਾ ਵਾ ਉਹ ਕੀਤਾ ਜਾਣਾ ਚਾਹੀਦਾ ਵੀ ਸੱਚਾਈ ਚ ਕੀ ਹੈ ਜੀ। ਹੁਣ ਹਰਿੰਦਰ ਸਿੰਘ ਦਲਗੀਰ ਇਸ ਗੱਲ ਨੂੰ ਮੰਨਦੇ ਹੀ ਨਹੀਂ ਜੀ। ਜਿਹੜੇ ਕਈ ਉਹ ਕਹਿੰਦੇ ਸਾਖੀਆਂ ਬਣਾਉਂਦੇ ਵੀ ਇੱਥੇ ਮੱਤ ਬੈਠੇ ਸੀ ਤੇ ਗੁਰੂ ਸਾਹਿਬ ਨੂੰ ਮੱਥਾ ਨਹੀਂ ਟੇਕਣ ਦਿੱਤਾ ਤੇ ਉਹ ਬਾਹਰੋਂ ਵਾਪਸ ਚਲੇ ਗਏ ਮੱਥਾ ਟੇਕ ਕੇ ਜੀ। ਅੱਜ ਵੀ ਉੱਥੇ ਇੱਕ ਜਿਹੜਾ ਗੁਰਦੁਆਰਾ ਤੁਸੀਂ ਵੇਖੋ ਬਣਿਆ ਵਾ, ਉੱਥੇ ਭੋਰਾ ਸਾਹਿਬ ਬਣਿਆ ਆਪਣੇ ਅਕਾਲ ਤਖਤ ਦੀ ਸਾਈਡ ਦੇ ਇੱਕ ਉੱਤੇ ਜੀ। ਇਹ ਸਾਡੇ ਦਰਬਾਰ ਉਦੋਂ ਬਾਹਰ ਹੁੰਦੇ ਸੀ। ਦਰਬਾਰ ਸਾਹਿਬ ਦਾ ਸੰਕਲਪ ਸਿਰਫ ਅਕਾਲ ਤਖਤ ਤੇ ਦਰਬਾਰ ਸਾਹਿਬ ਸੀਗਾ ਜੀ। ਇਹ ਮੁੜ ਕੇ ਸੀ ਜੇ ਸ਼੍ਰੋਮਣੀ ਕਮੇਟੀ ਦੇ ਲਾਗੇ ਜਗ੍ਹਾ ਤੇ ਕਬਜ਼ਾ ਕਰਕੇ ਜਿਹੜਾ ਵਿੱਚ ਮਿਲਾ ਕੇ ਜਿਹੜਾ ਸੀ ਉਹ ਸੰਕਲਪ ਨੂੰ ਜਿਹੜਾ ਵਾ ਥੋੜੀ ਜਿਹੀ ਠੇਸ ਪਹੁੰਚਾਈ ਆ। ਫਿਰ ਵੀ ਅਸੀਂ ਕਹਿੰਦੇ ਗੁਰੂ ਸਾਹਿਬ ਦਾ ਸਥਾਨ ਚੰਗੀ ਗੱਲ ਉਹ ਬਣਿਆ ਜੀ। ਪਿੱਛੇ ਜੇ ਤੁਹਾਨੂੰ ਪਤਾ ਹੋਏਗਾ ਵੀ ਉਹਦਾ ਅਸਲੀ ਰੂਪ ਸੀ ਉਹ ਢਾਹ ਕੇ ਵੱਡਾ ਕੀਤਾ ਗਿਆ, ਕਾਫੀ ਵਿਰੋਧ ਵੀ ਹੋਇਆ ਸੀ, ਲੇਕਿਨ ਐਸੀ ਵੀ ਸੁਣਦੀ ਕਿੱਥੇ ਆ। ਉਹਨਾਂ ਟਕਸਾਲ ਵਾਲੇ ਨੂੰ ਦੇ ਦਿੱਤਾ, ਟਕਸਾਲ ਨੇ ਆਪਣੀ ਮਰਜ਼ੀ ਕੀਤੀ, ਉਹਨੂੰ ਚੌੜਾ ਕਰਨ ਦੇ ਬਹਾਨੇ ਜਿਹੜਾ ਸੀ ਢਾਇਆ ਗਿਆ। ਕਈ ਸਾਲ ਉਹ ਬੰਦ ਰਿਹਾ ਜੀ, 8 ਮਹੀਨੇ ਕਹਿ ਕੇ ਕਈ ਸਾਲ ਬੰਦ ਰਿਹਾ ਜੀ 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 ਬਿਲਕੁਲ। ਇਸ ਕਰਕੇ ਉਹ ਸੰਕਲਪ ਜਿਹੜਾ ਸੀ ਸਾਡਾ ਨਾ ਉਹ ਦਰਬਾਰ ਸਾਹਿਬ ਦਾ ਤੇ ਅਕਾਲ ਤਖਤ ਦਾ ਜੀ, ਉਹਨੂੰ ਥੋੜੀ ਜਿਹੀ ਅਸੀਂ ਸੋਚਦੇ ਵੀ ਹੋਰ ਵੀ ਉੱਥੇ ਇੱਕ ਯਾਦਗਾਰ ਵੀ ਬਣੀ ਆ ਜੀ, ਉਹਦੇ ਨਾਲ ਥੋੜਾ ਜਿਹਾ ਉਹਦੇ ਠੇਸ ਪੁੱਜੀ ਉਹਦੇ ਸੰਕਲਪ ਨੂੰ ਜੀ, ਉਹ ਨਹੀਂ ਸੀ ਚਾਹੀਦਾ। ਲੇਕਿਨ ਗੁਰੂ ਸਾਹਿਬ ਬਾਰੇ ਜੋ ਉਹ ਇਤਿਹਾਸਕ ਸਥਾਨ ਬਣਿਆ ਤਾਂ ਮਤਲਬ ਗੁਰੂ ਸਾਹਿਬ ਇੱਥੇ ਆਏ ਨੇ ਜੀ, ਇੱਥੇ ਆ ਕੇ ਬੈਠੇ ਨੇ। ਸਾਹਿਬ ਅਨੰਦਪੁਰ ਸਾਹਿਬ ਦਾ ਜੇ ਗੱਲ ਕਰੀਏ ਤਾਂ ਅਨੰਦਪੁਰ ਸਾਹਿਬ ਦੀ ਨੂੰ ਵਸਾਉਣ ਦੀ ਗੱਲ ਕਰੀਏ ਤਾਂ ਉਹ ਫਿਰ ਗੁਰੂ ਸਾਹਿਬ ਨੇ ਕਦੋਂ ਵਸਾਇਆ ਤੇ ਉਹ ਜ਼ਮੀਨ ਜਿਹੜੀ ਉੱਥੇ ਗੁਰੂ ਸਾਹਿਬ ਨੇ ਆਪ ਖਰੀਦੀ ਜਾ ਕੇ? ਬਿਲਕੁਲ ਜੀ, ਗੁਰੂ ਸਾਹਿਬ ਨੇ ਆਪ ਜ਼ਮੀਨ ਖਰੀਦੀ ਆ, 1665 ਜਾ ਕੇ ਵਸਾਇਆ ਉੱਥੇ ਜੀ। ਤੇ ਗੁਰੂ ਸਾਹਿਬ ਨੇ ਉੱਥੇ ਸਾਰੇ ਬੜਾ ਪ੍ਰਚਾਰ ਕੀਤਾ, ਸੰਗਤਾਂ ਵੱਡੀ ਗਿਣਤੀ ਜਦੋਂ ਨਾਲ ਜੁੜੀਆਂ ਉਹਨਾਂ ਦੇ ਜੀ। ਮੈਂ ਸਵੇਰੇ ਸ਼ਾਮ ਪ੍ਰਚਾਰ ਪੂਰਾ ਹੁੰਦਾ ਸੀਗਾ। ਕਈ ਉਸ ਟਾਈਮ ਦੇ ਉੱਤੇ ਆਪਣੇ ਜਿਹੜੇ ਸੀ ਪ੍ਰਚਾਰਕ ਵੀ ਭਰਤੀ ਕੀਤੇ ਉਸ ਟਾਈਮ ਦੇ ਉੱਤੇ ਜੀ। ਲੇਕਿਨ 1666 ਦੇ ਵਿੱਚ ਜਨਮ ਹੁੰਦਾ ਫਿਰ ਤੁਹਾਡੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਦਾ ਜੀ। ਗੁਰੂ ਗੋਬਿੰਦ ਸਿੰਘ ਜੋ 66 'ਚ ਜਨਮ ਹੁੰਦਾ ਵਾ, ਉਹ ਪਟਨਾ ਸਾਹਿਬ ਜਨਮ ਹੁੰਦਾ ਉਹਨਾਂ ਦਾ ਜੀ। ਪਟਨਾ ਸਾਹਿਬ ਤੋਂ ਜਨਮ ਹੋਣ ਤੋਂ ਬਾਅਦ ਜਦੋਂ 9 ਸਾਲ ਦੀ ਉਮਰ ਦੇ ਵਿੱਚ ਉਹ ਅਨੰਦਪੁਰ ਸਾਹਿਬ ਆਉਂਦੇ, ਅਨੰਦਪੁਰ ਸਾਹਿਬ ਦੀ ਕਾਫੀ ਉਦੋਂ ਆਬਾਦੀ ਹੋ ਚੁੱਕੀ ਸੀ ਜੀ। ਇੱਥੇ ਗੁਰੂ ਸਾਹਿਬ ਆਏ ਨੇ, ਆਪਣੇ ਗੁਰੂ ਦਸਵੇਂ ਪਾਤਸ਼ਾਹ ਇੱਥੇ ਆਏ ਨੇ ਜੀ। ਜਦੋਂ ਆਏ ਤੇ 9 ਸਾਲ ਦੀ ਸਾਰੀ ਉਮਰ ਸੀ ਇਹਨਾਂ ਦੀ ਜੀ, ਮਤਲਬ 1675 ਦੀ ਗੱਲ ਸੀ ਜੀ। ਜਦੋਂ ਔਰੰਗਜ਼ੇਬ ਆਪਣੇ ਪਿਓ ਨੂੰ ਕੈਦ ਕਰਕੇ ਭਰਾ ਨੂੰ ਮਾਰ ਕੇ ਗੱਦੀ ਤੇ ਬੈਠਾ ਜੀ, ਤੇ ਉਹਦੀ ਇੱਕ ਖਾਸ ਸੀਗੀ ਵੀ ਮੈਂ ਇਹੋ ਜਿਹਾ ਇੱਕ ਸਟੇਟ ਪੈਦਾ ਕਰਨੀ, ਇਹੋ ਜਿਹਾ ਰਾਜ ਪੈਦਾ ਕਰਨਾ ਵੀ ਤੇ ਸਵਾਏ ਮੁਸਲਮਾਨ ਤੋਂ ਕੋਈ ਹੋਰ ਧਰਮ ਦੱਸਣਾ ਨਹੀਂ ਚਾਹੀਦਾ ਜੀ। ਤੇ ਉਹਨੇ ਸਭ ਤੋਂ ਸ਼ੁਰੂਆਤ ਕੀਤੀ ਸੀ ਕਸ਼ਮੀਰ ਦੇ ਪੰਡਤਾਂ ਤੋਂ। ਬਿਲਕੁਲ ਇਤਿਹਾਸਕ ਜ਼ਿਕਰ ਆਉਂਦਾ ਜੀ। ਸ਼ਾਹ ਅਫਗਾਨ ਜਿਹੜਾ ਉਹਦਾ ਉੱਥੇ ਚੇਲਾ ਬਾਲਕਾ ਸੀ, ਉਹਨੇ ਕਸ਼ਮੀਰਾਂ ਦੇ ਉੱਤੇ ਬੜੇ ਜ਼ੁਲਮ ਕੀਤੇ ਜੀ। ਇਹ ਵੀ ਕਿਹਾ ਜਾਂਦਾ ਵੀ ਔਰੰਗਜ਼ੇਬ ਬੜਾ ਤਕੜਾ ਵਿਦਵਾਨ ਸੀਗਾ। ਉਹ ਰੋਜ਼ ਦੇ 1.25 ਮਣ ਜਨੇਊ ਲਾ ਕੇ ਜੀ ਹਿੰਦੂ ਕਤਲ ਕਰਕੇ ਜੀ, ਜਿਹੜੇ ਮੁਸਲਮਾਨ ਨਹੀਂ ਬਣਦੇ ਸੀਗੇ ਜੀ, ਤੇ ਫਿਰ ਉਹ ਪ੍ਰਸ਼ਾਦਾ ਛਕਦਾ ਸੀਗਾ ਜੀ। ਇਹ ਵੀ ਕਿਹਾ ਜਾਂਦਾ ਵੀ ਉਹ ਜਿਹੜੀ ਸੱਚਾਈ ਖਜ਼ਾਨੇ ਦੇ ਵਿੱਚੋਂ ਪ੍ਰਸ਼ਾਦਾ ਨਹੀਂ ਸਕਦਾ, ਟੋਪੀਆਂ ਛੂੰਦਾ ਹੁੰਦਾ ਸੀਗਾ ਜਾਂ ਮੁੰਜ ਵਟਦਾ ਸੀ, ਮੁੰਜ ਦਾ ਜਾਂ ਵਾਣ ਵਟਦਾ ਸੀ ਉਹ ਵਟਦਾ ਸੀਗਾ ਜੀ। ਉਹ ਵਟ ਕੇ ਜਿਹੜੀ ਉਹਦੀ ਵਟਤ ਹੁੰਦੀ ਸੀ ਵੇਚਣ ਤੋਂ ਬਾਅਦ ਉਹਦਾ ਜੋ ਆਉਂਦਾ ਸੀ ਉਹ ਉਹਦੇ ਨਾਲ ਪ੍ਰਸ਼ਾਦਾ ਛਕਦਾ ਸੀ। ਮਤਲਬ ਉਹਦੇ ਰਸੂਲ ਵੀ ਹੈਗੇ ਸੀ ਕੋਈ ਨਾ ਕੋਈ ਜੀ। ਉਹਨੂੰ ਵਿਦਵਾਨ ਲੋਕ ਮੰਨਦੇ ਨੇ, ਵਿਦਵਾਨ ਸੀ, ਬੜਾ ਤਕੜਾ ਵਿਦਵਾਨ ਸੀ, ਲੇਕਿਨ ਧਾਰਮਿਕ ਕੱਟੜਤਾ ਉਹਦੇ ਵਿੱਚ ਕਰਕੇ ਜਿਹੜਾ ਸੀ ਉਹ ਮਨੁੱਖਤਾ ਦਾ ਦੁਸ਼ਮਣ ਬਣਿਆ ਸੀਗਾ ਜੀ। ਫਿਰ ਜਦੋਂ ਉਹ ਕਸ਼ਮੀਰ ਦੇ ਪੰਡਤ ਜਿਹੜੇ ਸੀ ਉਹ ਰੋਏ ਆ ਕੇ ਗੁਰੂ ਸਾਹਿਬ ਕੋਲੇ ਜੀ। ਇੱਕ ਕਿਰਪਾ ਰਾਮ ਸੀ, ਉਹ ਗੁਰੂ ਸਾਹਿਬ ਦਾ ਸੇਵਕ ਸੀਗਾ। ਉਹ ਕਹਿੰਦਾ ਆਓ ਜੀ ਆਪਣੇ ਕੋਲ ਇੱਕ ਰਸਤਾ ਹੈਗਾ। ਇਹ ਅਨੰਦਪੁਰ ਪਹੁੰਚਦੇ ਆ, ਫਿਰ ਇਹ ਅਨੰਦਪੁਰ ਸਾਹਿਬ ਪਹੁੰਚਦੇ ਆ ਜੀ। ਅਨੰਦਪੁਰ ਸਾਹਿਬ ਪਹੁੰਚ ਕੇ ਗੁਰੂ ਸਾਹਿਬ ਨੂੰ ਸਾਰੀ ਕਹਾਣੀ ਦੱਸਦੇ ਤੇ ਗੁਰੂ ਸਾਹਿਬ ਜਿਹੜੇ ਉੱਥੇ ਫਿਰ ਉਹਨਾਂ ਨੂੰ ਇਹ ਕਹਿੰਦੇ ਵੀ ਭਾਈ ਜੇ ਇਹ ਗੱਲ ਆ ਨਾ
ਤੇ ਇੱਕ ਵੱਡੇ ਮਹਾਂਪੁਰਖ ਦੀ ਕੁਰਬਾਨੀ ਦੀ ਲੋੜ ਆ। ਜੀ। ਤੇ ਜਦੋਂ ਇੰਨੀ ਗੱਲ ਕਹੀ ਤੇ ਫਿਰ ਜਿਹੜੇ ਉਹ ਹਿੰਦੂ ਵੀਰ ਆਏ ਸੀ ਉਹ ਇੱਕ ਦੂਜੇ ਨੂੰ ਵੇਖਣ ਲੱਗ ਪਏ ਵੀ ਹੁਣ ਕੀ ਕਰੀਏ। ਜੀ। ਤੇ ਜਿਹੜੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਬਾਅਦ ਬਣੇ ਉਹ ਤੇ ਗੋਬਿੰਦ ਰਾਏ ਸੀਗੇ। ਜੀ। ਉਹਨਾਂ ਨੇ ਉੱਠ ਕੇ ਕਿਹਾ ਵੀ ਮਹਾਰਾਜ ਜੀ ਤੁਹਾਡੇ ਤੋਂ ਵੱਡਾ ਹੋਰ ਮਹਾਂਪੁਰਖ ਕਿਹੜਾ ਹੋ ਸਕਦਾ ਇਸ ਕੁਰਬਾਨੀ ਦੇਣ ਵਾਸਤੇ। ਤੇ ਉਹਨਾਂ ਨੇ ਫਿਰ ਕਿਹਾ ਵੀ ਠੀਕ ਹੈ ਜੀ। ਉਹਨਾਂ ਨੂੰ ਜਿਹੜੇ ਮੁਸਲਮਾਨ ਸੀ ਹਿੰਦੂ ਸੀ ਉਹਨਾਂ ਨੇ ਕਹਿ ਦਿੱਤਾ ਜੀ ਵੀ ਜਾਓ ਜਾ ਕੇ ਔਰੰਗਜ਼ੇਬ ਨੂੰ ਆਪਣੇ ਸ਼ਾਹ ਅਫਗਾਨ ਨੂੰ ਕਹਿ ਦਿਓ ਵੀ ਜੇ ਸਾਡਾ ਗੁਰੂ ਜਿਹੜਾ ਵਾ ਗੁਰੂ ਤੇਗ ਬਹਾਦਰ ਸਾਹਿਬ ਜਿਹੜਾ ਵਾ ਉਹ ਮੁਸਲਮਾਨ ਬਣ ਜਾਂਦੇ ਆ ਤਾਂ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ। ਫਿਰ ਕਿਵੇਂ ਭੱਟੀ ਸਾਹਿਬ ਜਿਹੜੀ ਸ਼ਹਾਦਤ ਹੈ ਗੁਰੂ ਸਾਹਿਬ ਦੀ ਹੁੰਦੀ ਹੈ ਜਦੋਂ ਉਹ ਦਿੱਲੀ ਦੇ ਵਿੱਚ ਪਹੁੰਚਦੇ ਆ? ਉਹ ਫਿਰ ਇਹਨਾਂ ਨੂੰ ਜਿਹੜੀ ਸੀ ਇਹਨਾਂ ਨੇ ਜਿਹੜੀ ਗ੍ਰਿਫਤਾਰ ਕਰਨ ਵਾਸਤੇ ਫੌਜਾਂ ਭੇਜੀਆਂ ਔਰੰਗਜ਼ੇਬ ਨੇ ਜੀ। ਤੇ ਗੁਰੂ ਸਾਹਿਬ ਤੇ ਪਹਿਲਾਂ ਚੱਲ ਪਏ ਸੀ ਉਧਰ ਨੂੰ ਜੀ। ਪ੍ਰਚਾਰ ਕਰਦੇ ਜੋ ਦਿੱਲੀ ਪੁੱਜੇ ਇਹਨਾਂ ਦੀ ਗ੍ਰਿਫਤਾਰੀ ਹੋਈ। ਗ੍ਰਿਫਤਾਰੀ ਤੋਂ ਬਾਅਦ ਜਿਹੜਾ ਸੀ ਫਿਰ ਇਹਨਾਂ ਨੂੰ ਕਿਹਾ ਤੁਸੀਂ ਮੁਸਲਮਾਨ ਬਣ ਜਾਓ। ਇਹਨਾਂ ਦਾ ਭਾਈ ਦਿਆਲਾ ਜੀ ਸੀ, ਭਾਈ ਮਤੀ ਦਾਸ ਸੀ, ਭਾਈ ਸਤੀ ਦਾਸ ਸੀਗੇ ਜੀ। ਤੇ ਜਦੋਂ ਉਹਨਾਂ ਨੂੰ ਭਾਈ ਦਿਆਲਾ ਜੀ ਦੇਖ ਸੰਭਾਲਿਆ ਗਿਆ, ਜਿਹੜੇ ਬਾਕੀ ਸਿੰਘ ਸੀ ਚੀਰਿਆ ਗਿਆ, ਤਾਰੇ ਨਾਲ ਚੀਰਿਆ ਗਿਆ, ਚਰਖੀਆਂ ਤੇ ਚਾੜੇ ਗਏ ਜੀ। ਹਰ ਸਿੱਖ ਦਾ ਹੁੰਦਾ ਸੀ ਵੀ ਭਾਈ ਮੇਰੀ ਇੱਕੋ ਹੀ ਆਖਰੀ ਖਾਸ ਆ। ਗੁਰੂ ਸਾਹਿਬ ਨੂੰ ਪਿੰਜਰੇ 'ਚ ਬੰਦ ਕੀਤਾ ਸੀਗਾ ਜੀ ਤੇ ਗੁਰੂ ਸਾਹਿਬ ਨੂੰ ਵਿਖਾਇਆ ਜਾਂਦਾ ਵੀ ਆਹ ਵੇਖ ਲਓ ਤੁਹਾਡੇ ਸਿੱਖਾਂ ਦਾ ਕੀ ਹਾਲ, ਤੁਹਾਡਾ ਵੀ ਇਹੀ ਹਾਲ ਹੋਊਗਾ ਜੀ। ਉਹਨੇ ਕਿਹਾ ਕੋਈ ਗੱਲ ਨਹੀਂ। ਤੇ ਜਿਹੜਾ ਸਿੱਖ ਸੀ ਉਹ ਕਹਿੰਦਾ ਸੀ ਮੇਰਾ ਮੂੰਹ ਮੇਰੇ ਗੁਰੂ ਵੱਲ ਕਰ ਦਿਓ, ਬਾਕੀ ਜੋ ਕਰਨਾ ਕਰ ਲਓ ਤੁਸੀਂ ਜੀ। ਤੇ ਜਦੋਂ ਭਾਈ ਮਤੀ ਸਾਹਿਬ ਕਹਿੰਦੇ ਚੀਰਿਆ ਗਿਆ ਤਾਂ ਉਹਦੇ ਮੂੰਹ ਜਪਜੀ ਸਾਹਿਬ ਪਾਠ ਕਰਦਾ ਸੀਗਾ ਜੀ। ਉਧਰੋਂ ਜਪਜੀ ਸਾਹਿਬ ਦਾ ਪਾਠ ਖਤਮ ਹੋਇਆ ਤੇ ਉਧਰੋਂ ਜਿਹੜੇ ਸੀ ਉਹਦੇ 2 ਟੋਟੇ ਹੋ ਗਏ ਭਾਈ ਸਾਹਿਬ ਦੇ ਜੀ। ਤੇ ਉਦੋਂ ਬਾਅਦ ਫਿਰ ਗੁਰੂ ਸਾਹਿਬ ਨੂੰ ਫਿਰ ਕਿਹਾ ਕਿ ਹੁਣ ਦੱਸੋ, ਕਹਿੰਦੇ ਬਿਲਕੁਲ ਨਹੀਂ ਜੀ। ਸਿਧਾਂਤ ਦੀ ਗੱਲ ਜਿੱਥੇ ਖੜੇ ਆ ਜੀ। ਸਭ ਤੋਂ ਵੱਡੀ ਗੱਲ ਆ ਵੀ ਜਿਸ ਜਨੇਊ ਦਾ ਵਿਰੋਧ ਬਾਬੇ ਨਾਨਕ ਨੇ ਕੀਤਾ ਵੀ ਮੈਨੂੰ ਇਹ ਜਨੇਊ ਨਹੀਂ ਚਾਹੀਦਾ ਜੀ, ਉਸੇ ਜਨੇਊ ਨੂੰ ਬਚਾਉਣ ਦੀ ਖਾਤਰ ਜਿਹੜਾ ਸੀ ਨਵੇਂ ਪਾਤਸ਼ਾਹ ਨੇ ਆਪਣੀ ਸ਼ਹਾਦਤ ਦਿੱਤੀ ਜੀ। ਅਸੂਲ ਸੀ ਜੀ, ਮਾਨਵਤਾ ਦੀ ਰੱਖਿਆ ਕਰਨੀ ਸੀ ਜੀ। ਤੇ ਜਦੋਂ ਇਹਨਾਂ ਦੀ ਸ਼ਹਾਦਤ ਹੋਈ ਆ ਤੇ ਜਿਹੜਾ ਜਲਾਦ ਸੀਗਾ ਜੀ, ਔਰੰਗਜ਼ੇਬ ਨੇ ਕਿਹਾ ਵੀ ਇਹਨਾਂ ਦਾ ਜਿਹੜਾ ਸਰੀਰ ਆ, ਸਿਰ ਆ, ਉਹ ਧੜ ਤੋਂ ਵੱਖਰਾ ਕਰਕੇ ਇਹਨਾਂ ਦੇ ਟੋਟੇ ਕਰਕੇ ਜਿਹੜੇ ਦਿੱਲੀ ਦੇ ਵੱਖ-ਵੱਖ ਦਰਵਾਜ਼ਿਆਂ 'ਤੇ ਲਟਕਾ ਦਿੱਤੇ ਜਾਣ ਜੀ। ਲੇਕਿਨ ਜਲਾਦ ਇੰਨਾ ਡਰਿਆ ਵੀ ਜਦੋਂ ਉਹਨੇ ਤਲਵਾਰ ਤੇ ਚਲਾਈ ਜੀ, ਸੀਸ ਧੜ ਤੋਂ ਜਿਹੜਾ ਵੱਖਰਾ ਹੋ ਗਿਆ ਤੇ ਉੱਥੋਂ ਭੱਜ ਗਿਆ ਜੀ। ਭੱਜ ਗਿਆ ਤੇ ਉਹਦੇ ਵਿੱਚ ਜਿਹੜਾ ਜਿਹੜੀ ਧੜ ਸੀਗਾ ਜੀ, ਜਿਹੜਾ ਸੀਸ ਸੀਗਾ, ਹਨੇਰੀ ਬੜੀ ਆਈ, ਕਾਲੀ ਬੋਲੀ ਹਨੇਰੀ ਆਈ ਜੀ। ਉਹਦੇ ਵਿੱਚ ਭਾਈ ਜੈਤਾ ਜੀ ਜਿਹੜੇ ਸੀ ਉਹ ਸੀਸ ਨੂੰ ਚੁੱਕਿਆ, ਉਹਨਾਂ ਵਲੇਟ ਕੇ ਉੱਥੋਂ ਪੈਦਲ ਚੱਲ ਕੇ ਜਿਹੜਾ ਸੀ ਅਨੰਦਪੁਰ ਸਾਹਿਬ ਪਹੁੰਚੇ ਜੀ। ਤੇ ਗੁਰੂ ਸਾਹਿਬ ਨੇ ਭਾਈ ਜੈਤਾ ਜੀ ਨੂੰ ਰੰਗੇਟਾ ਗੁਰੂ ਕਾ ਬੇਟਾ ਦਾ ਖਿਤਾਬ ਦਿੱਤਾ ਸੀ ਜੀ ਜੀ। ਦੂਜੇ ਪਾਸੇ ਲੱਖੀ ਸ਼ਾਹ ਬਣਜਾਰਾ ਜਿਹੜਾ ਗੁਰੂ ਘਰ ਦਾ ਪ੍ਰੇਮੀ ਸੀ, ਜਦੋਂ ਵੇਖਿਆ ਗੁਰੂ ਸਾਹਿਬ ਦਾ ਸਰੀਰ ਪਿਆ ਤਾਂ ਉਹ ਆਪਣੀ ਕਪਾਹ ਦਾ ਗੱਡਾ ਲੱਡ ਕੇ ਲਈ ਜਾਂਦਾ ਸੀਗਾ ਜੀ। ਉਹਨੇ ਫਟਾਫਟ ਗੁਰੂ ਸਾਹਿਬ ਦਾ ਸਰੀਰ ਚੁੱਕਿਆ, ਬਾਅਦ ਕਪਾਹ ਦੇ ਗੱਡੇ ਲਗਾ ਲਿਆ ਉਹਨੂੰ ਜੀ। ਲਗਾ ਕੇ ਆਪਣੇ ਜਿਹੜਾ ਸੀ ਇੱਥੇ ਰਕਾਬ ਵਿੱਚ ਗੁਰਦੁਆਰਾ ਉੱਥੇ ਲੈ ਗਿਆ ਜੀ। ਉੱਥੇ ਜਾ ਆਪਣੇ ਘਰ ਦੇ ਸਮੇਤ ਹੀ ਗੱਡੇ ਨੂੰ ਅੱਗ ਲਾਤੀ ਤੇ ਗੁਰੂ ਸਾਹਿਬ ਦਾ ਸੰਸਕਾਰ ਆਪਣੇ ਘਰ ਦੀ ਜਿਹੜੀ ਸੀ ਸਭ ਕੁਝ ਸਾੜ ਕੇ ਕੀਤਾ ਜੀ। ਲੋਕ ਭਜਾਉਣ ਵਾਸਤੇ ਕਹਿੰਦਾ ਨਹੀਂ ਰਹਿਣ ਦੇ, ਕੋਈ ਨਹੀਂ, ਇਹ ਮੇਰੇ ਗੁਰੂ ਦਾ ਹੁਕਮ, ਕੋਈ ਗੱਲ ਨਹੀਂ, ਆਪਾਂ ਭਜਾਉਣਾ ਨਹੀਂ ਜੀ। ਲੇਕਿਨ ਅਫਸੋਸ ਜਿਨ੍ਹਾਂ ਦੀ ਖਾਤਰ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਜੀ, ਉਹਨਾਂ ਲੋਕਾਂ ਨੇ 1984 ਦੇ ਵਿੱਚ ਗੁਰੂ ਸਾਹਿਬ ਦੇ ਸਥਾਨਾਂ ਨੂੰ ਢਹਿ ਕਰਨ ਦੇ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜੀ। ਬਿਲਕੁਲ ਅੱਜ ਵੀ ਜਿਹੜਾ ਕਮਲਨਾਥ ਉੱਤੇ ਇਲਜ਼ਾਮ ਲੱਗਦੇ ਨੇ ਜੀ, ਰਕਾਬਗੰਜ ਗੁਰਦੁਆਰੇ ਵੇਖੇ ਭੀੜ ਲਿਆ ਕਿ ਉਹਨੇ ਹਮਲਾ ਕੀਤਾ, ਗੁਰਦੁਆਰਾ ਸਾੜਿਆ, 2 ਸਿੰਘ ਸ਼ਹੀਦ ਵੀ ਕੀਤੇ ਜੀ ਜੀ। ਇਹਨਾਂ ਲੋਕਾਂ ਦੀ ਖਾਤਰ ਗੁਰੂ ਸਾਹਿਬ ਨੇ ਕੁਰਬਾਨੀ ਕੀਤੀ, ਲੇਕਿਨ ਸਾਨੂੰ ਅੱਜ ਵੀ ਕੋਈ ਮਲਾਲ ਨਹੀਂ। ਗੁਰੂ ਸਾਹਿਬ ਦੀ ਸ਼ਹਾਦਤ ਦਿੱਤੀ ਹੈ। ਸਾਡਾ ਸੰਕਲਪ ਹੀ ਮੈਂ ਪਹਿਲਾਂ ਕਹਿਤਾ ਜੀ ਵੀ ਜਦੋਂ ਵੀ ਕਿਤੇ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਵਾ ਜੀ ਤੇ ਉਦੋਂ ਕੀ ਵੱਡੇ ਮਹਾਂਪੁਰਖ ਦਾ ਜਨਮ ਹੁੰਦਾ, ਉਹ ਆ ਕੇ ਇਹਨਾਂ ਨੂੰ ਰੋਕਦਾ ਵਾ ਜੀ। ਤੇ ਸਿੱਖੀਜ਼ਮ ਦਾ ਸਿੱਖ ਧਰਮ ਦਾ ਜਿਹੜੀ ਬੁਨਿਆਦ ਹੀ ਸ਼ਹਾਦਤ ਰੱਖੀ ਗਈ ਆ ਜੀ। ਤੇ ਪਰ ਇਹ ਸਾਨੂੰ ਮਲਾਲ ਜ਼ਰੂਰ ਹੈ ਵੀ ਉਹਨਾਂ ਲੋਕਾਂ ਨੂੰ ਇਹ ਸਾਡੇ ਜਿਹੜੇ ਇਤਿਹਾਸਕ ਸਥਾਨ ਨਹੀਂ ਢਾਉਣੇ ਚਾਹੀਦੇ ਸੀਗੇ ਜੀ। ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਜਿਹੜੀ ਆ ਉਹ ਕਿਸੇ ਇੱਕ ਵਾਸਤੇ ਨਹੀਂ, ਸਮੁੱਚੀ ਮਾਨਵਤਾ ਦਿੱਤੀ ਆ ਜੀ। ਤਾਈਓ ਉਹ ਹਿੰਦ ਦੀ ਚਾਦਰ ਜੀ ਸ਼੍ਰੀ ਗੁਰੂ ਤੇਗ ਬਹਾਦਰ ਖਵਾਈ ਜੀ। ਸੋ ਬਿਲਕੁਲ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਇਹ ਸਨ ਸਰਦਾਰ ਜਸਬੀਰ ਸਿੰਘ ਜੀ ਭੱਟੀ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਦੇ ਉੱਤੇ ਸਮੁੱਚੀ ਗੱਲਬਾਤ ਜਿਹੜੀ ਆ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਸਾਂਝੀ ਕੀਤੀ।
ਤੇ ਸਾਰੇ ਹੀ ਇਤਿਹਾਸਕ ਹਵਾਲਿਆਂ ਦੇ ਨਾਲ ਇਹ ਸਮੁੱਚੀ ਗੱਲਬਾਤ ਜਿਹੜੀ ਆ ਉਹ ਕੀਤੀ ਗਈ। ਸੋ ਆਸ ਕਰਦੇ ਹਾਂ ਕਿ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਬਹੁਤ ਕੁਝ ਜਿਹੜਾ ਯੂਥ ਆ ਉਹਨਾਂ ਨੂੰ ਸਿੱਖਣ ਨੂੰ ਜਿਹੜਾ ਆ ਉਹ ਮਿਲਿਆ ਹੋਏਗਾ। ਸੋ ਪ੍ਰੋਗਰਾਮ ਜਿਹੜਾ ਆ ਉਸ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਹਾਡੇ ਤੋਂ ਆਗਿਆ ਚਾਹਾਂਗੇ, ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।